एक बार फिर आपका स्वागत है हमारे चैनल वेब कुटुंब पर। हमारे साथ किसान आंदोलन की भूमि से यानी सिंघू बॉर्डर से पंडाल में इस वक्त जो मौजूद हैं ये किसान मजदूर संघर्ष समिति से हैं सुवेंद्र सिंह चौटाला जी। तो इनसे बातचीत करेंगे इस आंदोलन के बारे में। तो चलिए शुरू करते हैं। सर, आपका बहुत बहुत स्वागत है हमारे चैनल पे। मैं किसान मजदूर संघर्ष कमेटी का सीनियर मीत प्रधान हाँ जी सुविंदर सिंह चौटाला बोल रहा जी। इस वे सिंघू बार्डर से बैठे हैं तो एक किसान मजदूर संघर्ष कमेटी की सटेज आ जी। ते इत्थे हर रोज़ जी ਲੱਖਾਂ लोग ਜਿਹੜੇ ਆ जी ਇਸ ਅੰਦੋਲਨ ਦੇ ਵਿੱਚ ਆਉਂਦੇ ਆ जी ਤੇ ਬਿਲਕੁਲ ਇਹ ਅੰਦੋਲਨ ਜਿਹੜਾ ਪੀਸਫੁਲੀ ਢੰਗ ਦੇ ਨਾਲ जी ਇਹ ਅੰਦੋਲਨ ਚੱਲ ਰਿਹਾ ਵਾ। जी ਹਜ਼ਾਰਾਂ ਲੋਕ ਇੱਥੇ ਰੋਜ਼ ਮਤਲਬ ਜਾਂਦੇ ਵੀ ਆ ਆਉਂਦੀ ਆ ਤੇ ਮਤਲਬ ਇੱਥੇ ਠਹਿਰਦੇ ਵੀ ਆ। ਸਿੰਘੂ ਤੋਂ ਦਿੱਲੀ ਤੋਂ ਹਰਿਆਣੇ ਤੋਂ ਆਸ-ਪਾਸ ਦੇ ਪਿੰਡਾਂ ਤੋਂ ਇਹ ਅੰਦੋਲਨ ਇੰਨਾ ਭਾਗ ਗਿਆ ਵੀ ਸਰਕਾਰ ਦੀ ਗਲੇ ਦੀ ਹੱਡੀ ਇਹ ਅੰਦੋਲਨ ਬਣ ਗਿਆ ਵਾ। ਜਿਹੜੇ 3 ਕਾਨੂੰਨ ਆ ਲੋਕਾਂ ਦਾ ਮਨ ਬਣ ਗਿਆ ਵੀ ਜਿੰਨਾ ਚਿਰ ਸਰਕਾਰ ਇਹ 3 ਕਾਲੇ ਕਾਨੂੰਨ ਰੱਦ ਨਹੀਂ ਕਰਦੀ ਤੇ ਐਮਐਸਪੀ ਵਾਲਾ ਕਾਨੂੰਨ ਨਹੀਂ ਬਣਾਉਂਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਚਿਰ ਇਹ ਅੰਦੋਲਨ ਜਾਰੀ ਰਹੂਗਾ। ਉਹਦੇ ਨਾਲ ਬਹੁਤ ਵੱਡੇ ਪੱਧਰ ਤੇ ਜੇ ਕਹਿ ਲਈਏ ਵੀ ਹਿੰਦੁਸਤਾਨ ਦਾ ਇੱਕ ਕਲਚਰ ਇਕੱਠਾ ਹੋ ਗਿਆ। ਨਵੀਂ ਰੂਪਰੇਖਾ ਇਸ ਅੰਦੋਲਨ ਨੇ ਤੈਅ ਕੀਤੀ ਵੀ ਇੱਕ ਕਲਚਰ ਜਿਹੜਾ ਹਿੰਦੁਸਤਾਨ ਦਾ ਇਸ ਅੰਦੋਲਨ ਦੇ ਵਿੱਚ ਨਜ਼ਰ ਆਉਂਦਾ ਤੇ ਸਰਕਾਰ ਦੀ ਇਹ ਗਲੇ ਦੀ ਹੱਡੀ ਬਣਿਆ ਪਿਆ। ਸਰਕਾਰ ਹਰ ਹਰਬਾ ਵਰਤਦੀ ਆ ਇਹਨੂੰ ਤਾਰ ਪੀਡੋ ਕਰਨ ਦਾ, ਪਰ ਇਹ ਲੋਕਾਂ ਦੀ ਰਾਏ ਸ਼ੁਮਾਰੀ ਆ, ਲੋਕਾਂ ਦਾ ਅੰਦੋਲਨ ਬਣ ਗਿਆ। ਇਹ ਹਿੰਦੁਸਤਾਨ ਦੇ ਭਾਰਤ ਦੇ ਲੋਕਾਂ ਦਾ ਅੰਦੋਲਨ ਬਣ ਗਿਆ। ਇਹਨੂੰ ਸਪੋਰਟ ਵਕੀਲ ਵੀ ਦੇ ਰਹੇ ਆ, ਇਹਨੂੰ ਪ੍ਰਾਈਵੇਟ ਅਦਾਰਿਆਂ ਵਾਲੇ ਵੀ ਸਪੋਰਟ ਦੇ ਰਹੇ ਆ, ਮਜ਼ਦੂਰ ਵੀ ਦੇ ਰਿਹਾ, ਕਿਸਾਨ ਵੀ ਦੇ ਰਿਹਾ, ਮੁਲਾਜ਼ਮ ਤਬਕੇ ਦੇ ਲੋਕ ਨੂੰ ਸਪੋਰਟ ਦੇ ਰਹੇ ਆ। ਤੇ ਬਹੁਤ ਵੱਡੇ ਪੱਧਰ ਤੇ ਭਾਜਪਾ ਦੇ ਜਿਹੜੇ ਆਗੂ ਆ ਉਹ ਰਿਜ਼ਾਈਨ ਕਰਨ ਡਏ ਆ, ਰਿਜ਼ਾਈਨ ਕਰਕੇ ਤੇ ਭਾਜਪਾ ਨੂੰ ਛੱਡ ਰਿਹਾ। ਪੰਜਾਬ ਦੇ ਵਿੱਚ ਕਿਸਾਨ ਮੋਰਚੇ ਦਾ ਜਿਹੜਾ ਅਧਿਕਸ਼ ਆ ਭਾਜਪਾ ਦਾ ਉਹਨੇ ਅਸਤੀਫਾ ਦੇ ਦਿੱਤਾ। ਕੱਲ੍ਹ ਵੀ ਦਿੱਲੀ ਦੀ ਇੱਥੇ ਮਹਿਲਾ ਵਿੰਗ ਦੀ ਕੋਈ ਬਲਾਕ ਪ੍ਰਧਾਨ ਆ ਇੱਥੇ ਅਸਤੀਫਾ ਦੇ ਕੇ ਗਈ ਆ। ਇਸ ਕਰਕੇ ਇਹ ਅੰਦੋਲਨ ਵੱਧ ਰਿਹਾ ਤੇ लोकप्रियता अंदोलन बन रहा। अच्छा, एक चीज़ बताइए कि सरकार कह रही है कि एमएसपी की जहाँ तक आपकी डिमांड है, सरकार कह रही है कि हम उसको ख़त्म नहीं करेंगे। तो सरकार की बात पे आपको विश्वास नहीं है या आप किस तरह का एमएसपी चाहते हैं? ਅਸੀਂ ਕਹਿੰਦੇ ਵੀ ਜਿਹੜੀ ਐਮਐਸਪੀ ਆ ਵੇਖੋ ਇਹਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਲਿਆਂਦਾ ਜਾਵੇ। ਪੱਕਾ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਲੈ ਜਾਂਦੇ ਵੀ ਘੱਟੋ ਘੱਟ ਨਿਊਨਤਮ ਮੁੱਲ ਅਸੀਂ ਮੈਕਸੀਮਮ ਨਹੀਂ ਮੰਨਦੇ, ਮਿਨੀਮਮ ਮੰਗ ਰਹੇ ਹਾਂ ਵੀ ਘੱਟੋ ਘੱਟ ਨਿਊਨਤਮ ਮੁੱਲ ਇਹ ਬਿੱਲ ਲਿਆਂਦਾ ਜਾਵੇ, ਲੋਕ ਸਭਾ 'ਚ ਇਹਨੂੰ ਪਾਸ ਕਰਾਇਆ ਜਾਵੇ। ਇਹ ਤੇ ਉਹ ਸਾਰੇ ਦੇਸ਼ ਦੇ ਵਿੱਚ ਜਿਹੜੀ 23 ਫਸਲਾਂ ਵਾ ਉਹਨੂੰ ਚੁੱਕਣ ਦੀ ਜਿਹੜੀ ਇਹ ਗਰੰਟੀ ਕੀਤੀ ਜਾਵੇ। ਉਸ ਤਰ੍ਹਾਂ ਐਮਐਸਪੀ ਹੈਗੀ ਆ। ਹੁਣ ਮਕਈ ਜੇ 1850 ਰੁਪਈਆ ਉਹਦਾ ਐਮਐਸਪੀ ਰੇਟ ਆ, ਪਰ ਉਹਦੀ ਜਿਹੜੀ ਵਿਕਰੀ ਆ ਉਹ 900,000 ਨੂੰ ਹੁੰਦੀ ਆ। ਇਸੇ ਤਰ੍ਹਾਂ ਦੂਸਰੀਆਂ ਫਸਲਾਂ ਵੀ ਹੈਗੀਆਂ ਉਹ ਘੱਟ ਰੇਟ ਤੇ ਜਿਹੜੀਆਂ ਵਿਕਦੀਆਂ ਜਿੰਨੀ ਉਹਦੀ ਐਮਐਸਪੀ ਆ। ਤੇ ਜੇ ਇਹ ਪ੍ਰਾਈਵੇਟ ਅਦਾਰਿਆਂ ਦੇ ਕੋਲ ਚੱਲਦਾ ਸਾਰਾ ਕੁਝ ਤੇ ਪ੍ਰਾਈਵੇਟ ਅਦਾਰੇ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਕਿਸਾਨਾਂ ਦੀ ਲੁੱਟ ਕਰਨਗੇ। ਇਸ ਕਰਕੇ ਇਹਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਐਮਐਸਪੀ ਆਉਣੀ ਚਾਹੀਦੀ ਆ। ਉਹਦਾ ਬਿੱਲ ਪੇਸ਼ ਹੋਵੇ ਤੇ ਉਹ ਕਾਨੂੰਨ ਬਣੇ ਪਾਰਲੀਮੈਂਟ ਦੇ ਵਿੱਚ ਤਾਂ ਹਿੰਦੁਸਤਾਨ ਦੇ ਲੋਕਾਂ ਨੂੰ ਕੋਈ ਸੁੱਖ ਦਾ ਮਿਲ ਸਕਦਾ ਹੈ। अच्छा, एक चीज़ बताइए कि हम लोग देखते हैं कि जो सरकारी तंत्र है, सरकारी सिस्टम है, उसमें भी जो है कई बार चीज़ें ठीक से नहीं हो पाती। मान लो सरकारी गोदाम है एफसीआई का और किसान उनके पास जाता तो वो कहते हैं कि हमारे पास जगह नहीं है, या कई तरह के घोटाले घपले सामने आते हैं। तो सरकार को लगता है कि प्राइवेट वाले लोग ज़्यादा अच्छे से संभाल लेंगे। तो आपको नहीं लगता कि सरकारी सिस्टम में भी इस तरह का है जैसा मतलब गड़बड़ वहाँ पर भी है? ਵੇਖੋ ਜੋ ਦੇਸ਼ ਦਾ ਭੰਡਾਰ ਆ ਕਿਸਾਨ ਜਿਹੜਾ ਵਾ 70% ਆਬਾਦੀ ਹੈ ਖੇਤੀਬਾੜੀ ਦੇ ਨਾਲ ਜੁੜੀ ਆ। ਹਾਂ। ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਇੱਥੇ ਅੰਨ ਪੈਦਾ ਕੀਤਾ ਜਾਂਦਾ ਜਿਹਦੀ ਰੱਖ ਰਖਾਅ ਦੀ ਜ਼ਿੰਮੇਵਾਰੀ ਸਰਕਾਰ ਦੀ ਆ। ਕਿਉਂਕਿ ਜਦੋਂ ਦੇਸ਼ ਦੇ ਵਿੱਚ ਅੰਨ ਪੈਦਾ ਨਹੀਂ ਹੁੰਦਾ, ਪੈਦਾ ਇੱਥੇ ਨਹੀਂ ਹੋ ਰਿਹਾ, ਉਦੋਂ ਇਹ ਠੂਠਾ ਲੈ ਕੇ ਜਾਂਦੇ ਸੀ ਵਿਦੇਸ਼ਾਂ ਨੂੰ ਅਨਾਜ ਲੈਣ ਵਾਸਤੇ ਬਾਹਰ ਜਾਂਦੇ ਸੀ। ਤੇ ਉਦੋਂ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਲਾਇਆ। ਕਿਸਾਨਾਂ ਨੇ ਬਹੁਤ ਵੱਡੇ ਪੱਧਰ ਤੇ ਇਹਨਾਂ ਦੇ ਗੋਦਾਮ ਭਰਤੇ
ਹੁਣ ਇਹ ਕਹਿ ਰਿਹਾ ਵੀ ਇਹ ਪ੍ਰਾਈਵੇਟ ਅਦਾਰਿਆਂ ਨੂੰ ਦਿੱਤਾ ਜਾਣਾ ਸਾਰਾ ਕੁਝ। ਹੁਣ ਉੱਥੇ ਕੀ ਹੋਊਗਾ ਜਦੋਂ ਪ੍ਰਾਈਵੇਟ ਅਦਾਰਾ ਖਰੀਦ ਕਰੂਗਾ, ਕਿਉਂਕਿ ਪ੍ਰਾਈਵੇਟ ਪਲੇਅਰ ਦਾ ਕੰਮ ਹੀ ਇਹ ਹੁੰਦਾ ਵੀ ਉਹ ਜਦੋਂ ਥੋੜ ਆਊਗੀ ਬਾਜ਼ਾਰ ਦੇ ਵਿੱਚ ਉਦੋਂ ਆਪਣਾ ਮਾਲ ਉਹ ਕੱਢੂਗਾ। ਖਰੀਦਣ ਵਾਲੇ ਦੀ ਵੀ ਲੁੱਟ ਹੋਈ ਜਿਹਦੇ ਕੋ ਖਰੀਦ ਕੀਤੀ ਗਈ ਆ, ਤੇ ਜਦੋਂ ਵੇਚਿਆ ਗਿਆ ਬਾਜ਼ਾਰ ਦੇ ਵਿੱਚ ਥੋੜ ਪੈਦਾ ਕਰਕੇ ਤੇ ਉਹਦੀ ਵੀ ਵੱਡੇ ਪੱਧਰ ਤੇ ਜਿਹੜੀ ਲੁੱਟ ਹੋਊਗੀ। ਇਸ ਕਰਕੇ ਇਹ ਕਿਸਾਨ ਮਾਰੂ ਤੇ ਹੈ ਹੀ ਹੈ ਆ, ਪਰ ਜਿਹੜੀ ਪਬਲਿਕ ਆ ਉਹ ਮਾਰੂ ਵੀ ਹੈਗਾ। ਇਸ ਕਰਕੇ ਅਸੀਂ ਕਹਿੰਦੇ ਆ ਵੀ ਸਰਕਾਰ ਇੱਥੇ ਕੰਟਰੋਲ ਰੱਖੇ, ਸਰਕਾਰ ਵਿੱਚ खड़ी रहे, ਤਾਂ किसान बच सकता, ਤਾਂ लोग ਜਿਹੜੇ ਆ बच सकते हैं। मतलब आप कहना चाह रहे हैं जो गड़बड़ियाँ सरकारी तंत्र में है उन्हें दूर करके सरकार अपना कंट्रोल रखे। हाँ जी। अच्छा, एक चीज़ मैं ये देख रहा हूँ, करीब 3 महीना से ऊपर हो गया है इस आंदोलन को यहाँ पर लोग कर रहे हैं। 3 महीने से आप लोग डटे हुए हैं, सरकार भी डटी हुई है, सरकार भी टस से मस नहीं हो रही। हालांकि आप लोगों की बैठकें चल रही हैं, मीटिंग चल रही, बात चल रही है, तो कहीं से कुछ मतलब समझ में नहीं आ रहा। मतलब आम पब्लिक को लग रहा है ये यहाँ डटे हुए हैं, सरकार वहाँ डटी हुई है। तो क्या समझा जाए, क्या उम्मीद है, कब तक ये चलेगा आंदोलन? सरकार अपनी बात से हटेगी या आप लोग थोड़ा सा पीछे आएंगे? क्या लगता है आपको? हर हालत ते सरकार नूं जिहड़ा वा वो पिछे हटना पऊगा। हाँ। क्योंकि अंदोलन कोई ये पंजाब के किसान का नहीं, यूपी के किसान का, हरियाणा के किसान का नहीं रह गया। हाँ। ये अंदोलन जिहड़ा जन अंदोलन बन गया वा। हाँ। ते उहदे विच सरकार दे उपर दबाव पूरा वा। हाँ। क्योंकि जदों अमेरिका का प्रधानमंत्री हाँ। ये कह रहा भी किसानां नाल UN दे विच कहा गया भी किसानां दे नाल धक्का हो रहा वा, इन्हां दी मोदी साहब नूं गल सुननी चाहिदी है। हाँ। कनेडा के प्रधानमंत्री ने मता पास करता। हाँ। काफ़ी जड़ियाँ फॉरन स्टेटां वा उन्हां दे विच मते पास हो गया भी बहुत वड्डा अंदोलन है, दुनिया का सब तो शांतमई अंदोलन चल रहा। कभी भी इहो जिहा नहीं होया भी, नहीं तो थोड़ा चिर चल के अंदोलन उग्र हो जाते हैं। ये हिंदुस्तान का एक कल्चर है जिहड़ा वो इकट्ठा हो गया, तो दुनिया का जिहड़ा बिल्कुल शांतमई अंदोलन आ। तो शांतमई अंदोलन ते कोई रिप्रैशन करना बहुत औखा हुंदा। जे कोई सरकार इहो जिहा करदी आ तो फिर इहनूं जवाबदेही देनी पऊगी। तो ਜਿਹੜੀਆਂ ਮੀਟਿੰਗਾਂ ਸੱਦਦੀ ਆ ਉਹ ਦਬਾਅ ਦੇ ਥੱਲੇ ਸੱਦ ਰਹੀ ਆ ਸਰਕਾਰ। 8ਵੀਂ ਬੈਠਕ ਹੋ ਗਈ ਆ, 15 ਤਰੀਕ ਨੂੰ ਫੇਰ ਬੈਠ ਕੇ ਕਿਸਾਨਾਂ ਦੇ ਨਾਲ। ਇਹਦਾ ਮਤਲਬ ਸਰਕਾਰ ਦੇ ਉੱਤੇ ਦਬਾਅ ਤੇ ਅੰਦੋਲਨ ਦਾ ਹੈਗਾ। ਹਰ ਕਿਤੇ ਨਾ ਕਿਤੇ ਸਰਕਾਰ ਛਲ ਕਪਟ ਕਰ ਰਹੀ ਆ ਵੀ ਅੰਦੋਲਨ ਉੱਗਰ ਹੋ ਜੇ, ਕੋਈ ਸਾਨੂੰ ਵਿੱਚ ਵੜਨ ਦਾ ਮੌਕਾ ਮਿਲ ਜੇ। ਅਸੀਂ ਕਹੀਏ ਵੀ ਇੱਥੇ ਲੋਕ ਸ਼ੈਤਾਨ ਲੋਕ ਇਕੱਠੇ ਹੋਏ ਆ, ਇੱਥੇ ਗਲਤ ਲੋਕ ਇਕੱਠੇ ਹੋਏ ਆ, ਪਰ ਉਹ ਮੌਕਾ ਸਰਕਾਰ ਨੂੰ ਨਹੀਂ ਮਿਲਿਆ ਤੇ ਕਦੀ ਵੀ ਇਹ ਮੌਕਾ ਸਰਕਾਰ ਨੂੰ नहीं देवांगे। बिल्कुल पीसफुली जो आंदोलन चलूगा। आपके आंदोलन के दौरान कई लोगों की मृत्यु हो चुकी है ना? कोई 60 बताता है, कोई 70, कोई अलग अलग आंकड़े। और इतने लोगों की जो लोग जान गंवा चुके हैं, इतनी मौतें होने के बाद भी यहाँ पे आंदोलन शांतिपूर्ण तरीके से चल रहा है। अगर सरकार नहीं हटी अपने कदम से, नहीं मानी, तब क्या होगा आप लोगों का अगला कदम? देखो, सरकार ਨੂੰ ਤੇ ਕੰਨ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਵੀ ਜਦੋਂ 70 ਆਦਮੀਆਂ ਦੀ ਮੌਤ ਹੋ ਗਈ ਆ ਅੰਦੋਲਨ ਦੇ ਵਿੱਚ, ਵੈਸੇ ਹੀ ਜਿਹੜੀ ਚੰਗੀ ਸਰਕਾਰ ਆ, ਲੋਕ ਪੱਖੀ ਸਰਕਾਰ ਆ, ਉਹਨੂੰ ਵੈਸੇ ਹੀ ਇਹ ਸਮਝ ਲੈਣਾ ਚਾਹੀਦਾ ਵੀ ਇੰਨੇ ਲੋਕ ਇਹਨਾਂ ਸਰਕਾਰ ਦਾ ਕਰਕੇ ਅੰਦੋਲਨ ਦੇ ਵਿੱਚ ਉਹਨਾਂ ਦੀ ਮੌਤ ਹੋਈ ਆ, ਤੇ ਜਿਹੜੇ ਕਾਨੂੰਨ ਰੱਦ ਵੈਸੇ ਹੀ ਕਰ ਦੇਣੇ ਚਾਹੀਦੇ ਆ। ਕਿਉਂਕਿ ਜੇ ਆਪਾਂ ਨੂੰ ਜੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਜਮਹੂਰੀਅਤ ਡੈਮੋਕ੍ਰੇਟੀ ਆਪਾਂ ਕਹਿੰਦੇ ਆ ਢਾਂਚਾ, ਤੇ ਫਿਰ ਸਰਕਾਰ ਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਆ। ਮੰਨ ਲਓ ਸਰਕਾਰ ਨਹੀਂ ਹਟਦੀ, ਇਹਨੂੰ ਨਹੀਂ ਮੰਨਦੀ, ਤੇ ਫਿਰ ਅਸੀਂ ਆਪਣੀ ਜਿਹੜੀ ਆ ਰਣਨੀਤੀ ਆ ਉਹ 26 ਜਿਹੜੀ ਤਰੀਕ ਆ 26 ਜਨਵਰੀ ਆ, ਉਹਦੇ ਵਿੱਚ ਅਸੀਂ ਆਪਣਾ ਐਕਸ਼ਨ ਕੱਢਿਆ ਵਾ। ਉਹ ਅਸੀਂ ਟਰੈਕਟਰਾਂ ਦੇ ਨਾਲ ਜਿਹੜੀ ਪਰੇਡ ਆ ਉਹ ਕਰਾਂਗੇ, ਦਿੱਲੀ ਵੱਲ ਨੂੰ ਮਾਰਚ ਕਰਾਂਗੇ। ਉਸ ਤੋਂ ਪਹਿਲਾਂ ਵੀ ਸਾਡੇ ਐਕਸ਼ਨ ਹੈਗੇ ਆ। ਲੋਹੜੀ ਦੇ ਉੱਤੇ ਬਿੱਲ ਜਲਾਏ ਜਾਣਗੇ 13 ਤਰੀਕ को, 14 ਤਰੀਕ को मकर संक्रांति अपने अपने प्रोग्राम करेंगे। इधर असी जिहड़ा अपना माघी मनाउंदे पंजाब दे विच अपनियां स्टेजां दे माघी दा त्यौहार मनावांगे। 18 तरीक नूं महिला दिवस आ, ਉਹ ਮਹਿਲਾਵਾਂ ਜਿਹੜੀਆਂ ਬਹੁਤ ਵੱਡੇ ਇਕੱਠ ਆ ਜਿਹੜੇ ਸਾਰੇ ਦੇਸ਼ ਦੇ ਵਿੱਚ ਮਹਿਲਾਵਾਂ ਦੇ ਕੀਤੇ ਜਾਣਗੇ। 20 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਦਾ ਜਨਮ ਪ੍ਰਕਾਸ਼ ਉਤਸਵ ਆ, ਜਿਨੇ ਆਪਣੇ ਸਾਰੇ ਪੰਥ ਤੋਂ ਸਾਰੇ ਲੋਕਾਂ ਤੋਂ ਸਾਰੇ ਹਿੰਦੁਸਤਾਨ ਦੀ ਖਾਤਰ ਉਹ ਬੱਚੇ ਵਾਰੇ ਆ। ਉਹਨਾਂ ਦਾ ਦਿਨ ਵੀ ਇਹਨਾਂ ਥਾਵਾਂ ਦੇ ਪੰਜਾਬ ਦੇ ਬਾਕੀ ਹਿੱਸਿਆਂ 'ਚ ਮਨਾਵਾਂਗੇ। ਇਸੇ ਤਰ੍ਹਾਂ 26 ਤਰੀਕ ਨੂੰ ਅਸੀਂ ਜਿਹੜਾ ਉਹਦੀ ਤਿਆਰੀ, ਉਹਦਾ ਆਖਰੀ ਆ ਜਿਹੜੀਆਂ ਅੱਜ ਵੀ ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਹੀ, ਉਹਦੀ ਜਿਹੜੀ ਅਗਲੀ ਤਿਆਰੀ ਆ ਅਗਲੀ ਮੀਟਿੰਗ ਦੇ ਵਿੱਚ ਕੀਤੀ ਜਾਊਗੀ ਵੀ ਉਹ ਕਿਸ ਹਿਸਾਬ ਨਾਲ ਦਿੱਲੀ ਨੂੰ ਗਾਂ ਵਧਣਾ।
ਤੇ ਉਹ ਐਕਸ਼ਨ ਨੂੰ ਹਰ ਹਾਲਤ ਦੇ ਵਿੱਚ ਅਸੀਂ ਜਿਹੜਾ ਲਾਗੂ ਕਰਾਂਗੇ। ਜਿਹੜੀ ਟਰੈਕਟਰ ਪਰੇਡ ਮਾਰਚ ਦੀ ਗੱਲ ਕਹੀ ਆ ਉਹ ਕਰਾਂਗੇ ਹਰ ਹਾਲਤ ਦੇ ਵਿੱਚ, ਪਰ ਅਮਲੀ ਰੂਪਰੇਖਾ ਨੂੰ ਜਿਹੜੀ ਅਗਲੀ ਮੀਟਿੰਗ ਦੇ ਵਿੱਚ ਦੇਵਾਂਗੇ। मतलब धीरे धीरे आंदोलन जो है बढ़ता ही चला जाएगा और आंदोलन बढ़ता चले जाएगा। मतलब आप किसी न किसी तरीके से आंदोलन करके सरकार को मैसेज देना चाहते हैं। अच्छा, मैं मैसेज की जहाँ तक बात है तो सोशल मीडिया में देख रहा था, सोशल मीडिया पर किसान आंदोलन से जुड़ी कई सारी पोस्ट चीज़ें चल रही हैं। तो मैं ये भी देख रहा था, कुछ पोस्ट में ये था कि अगर सरकार नहीं मानी तो ये आंदोलन मई 2024 तक चलेगा। क्या ऐसा है? ਬਿਲਕੁਲ ਜੀ, ਅਸੀਂ ਤੇ ਪਹਿਲਾਂ ਹੀ ਸਾਡੀ ਜਥੇਬੰਦੀ ਦਾ ਤਰਕ ਸੀ। हाँ ਜਦੋਂ ਅਸੀਂ ਪੰਜਾਬ ਤੇ ਵਿੱਚ ਰੇਲਾਂ ਤੇ ਬੈਠੇ ਆ, हाँ ਅਸੀਂ ਆਪਣੇ ਕੇਡਰ ਨੂੰ ਉਦੋਂ ਕਹਿਤਾ ਸੀ ਵੀ ਇਹ ਅੰਦੋਲਨ 2-4 ਮਹੀਨੇ ਦਾ ਨਹੀਂਗਾ, हाँ ਇਹ ਅੰਦੋਲਨ ਲੰਬਾ ਚੱਲੇਗਾ। हाँ ਇਹਦੀ ਰੂਪਰੇਖਾ ਬਦਲ ਸਕਦੀ ਆ, ਕੋਈ ਦੂਸਰੀ ਰੂਪਰੇਖਾ ਹੋ ਸਕਦੀ ਆ, हाँ ਤੇ ਅੰਦੋਲਨ ਲੰਮਾ ਚੱਲੇਗਾ। ਸਾਡਾ ਕੇਡਰ ਜਿਹੜਾ ਸਾਡੀ ਜਥੇਬੰਦੀ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕੇਡਰ ਪੂਰੀ ਤਰ੍ਹਾਂ ਤਿਆਰ ਆ। ਜਦੋਂ ਇੱਥੇ ਲਗਾਤਾਰ 1.5 ਮਹੀਨੇ ਤੋਂ ਉੱਪਰ ਹੋ ਗਿਆ ਤੇ ਜਿੰਨੇ ਵੀ ਪੰਜਾਬ ਦੇ ਲੋਕ ਹੀ ਨਹੀਂ, हाँ ਹਰਿਆਣੇ ਦੇ ਲੋਕ, ਯੂਪੀ ਦੇ ਲੋਕ ਸਾਰੇ ਤਿਆਰ ਆ ਤੇ ਉਹਨਾਂ ਦੀ ਸਾਈਕੀ ਆ, ਮੈਂਟੈਲਿਟੀ ਆ, ਇਸ ਗੱਲ ਤੇ ਹੋ ਗਈ ਆ ਵੀ ਇਹ ਅੰਦੋਲਨ ਲੰਬਾ ਚੱਲੂਗਾ ਤੇ ਲੰਬੇ ਅੰਦੋਲਨ ਦੀ ਤਿਆਰੀ ਦੇ ਵਿੱਚ ਕੇਡਰ ਇੱਥੇ ਆ ਰਿਹਾ ਵਾ। ਅੱਜ ਵੀ ਹਰਿਆਣੇ 'ਚ ਅਸੀਂ ਵੇਖੀਏ ਬਹੁਤ ਵੱਡੇ ਪੱਧਰ ਤੇ ਉਹਦਾ ਹੈਲੀਕਾਪਟਰ ਇਹ ਜਿਹੜਾ ਖੱਟਰ ਦਾ ਉਹਨਾਂ ਨੇ ਉਤਰ ਨਹੀਂ ਦਿੱਤਾ। ਜਦੋਂ ਉਹਨਾਂ ਨੇ ਦੂਸਰੇ ਥਾਂ ਬਣਾਇਆ ਲੋਕ ਉੱਥੇ ਫੇਰੇ ਚਲੇ ਗਏ। ਇਹਦਾ ਮਤਲਬ ਵੀ ਅੰਦੋਲਨ ਦੇ ਵਿੱਚ ਬਿਲਕੁਲ ਜਾਨ ਆ, ਸਟਰੋਂਗ ਆ ਅੰਦੋਲਨ ਵੀ ਆਪਣਾ ਜਿਹੜਾ ਮੁੱਖ ਮੰਤਰੀ ਆ ਉਹਦਾ ਜਿਹੜਾ ਹੈਲੀਕਾਪਟਰ ਇਹ ਹੈਲੀਪੈਡ ਤੇ ਉਤਰ ਨਹੀਂ ਦਿੱਤਾ ਤੇ ਉਹਦਾ ਹੈਲੀਪੈਡ ਹੀ ਅਖਾੜਤਾ ਹੈ। ਇਹ ਆਪਣੇ ਆਪ ਜੀ ਭਾਜਪਾ ਸਰਕਾਰ ਨੂੰ ਨਮੋਸ਼ੀ ਆ ਤੇ ਕੰਨ ਤੇ ਲਿਖਿਆ ਭਾਜਪਾ ਸਰਕਾਰ ਨੂੰ ਪੜ੍ਹ ਲੈਣਾ ਚਾਹੀਦਾ। ਇਹਨਾਂ ਨੂੰ ਕਾਨੂੰਨ ਰੱਦ ਕਰਨੇ ਹੀ ਪੈਣੇ ਆ। आंदोलन का फ़र्क मतलब आपको दिखाई देने लगा है, उससे फ़र्क पड़ रहा है लोगों को। अच्छा, इस आंदोलन की अगुवाई जो है आप लोगों ने मतलब पंजाब के लोगों ने की, पंजाब के किसानों ने सबसे पहले, पंजाब हरियाणा किसानों ने की। अब 3 महीने में आपको क्या लग रहा है कि देश के अन्य जो राज्य हैं, उत्तर प्रदेश, मध्य प्रदेश और दक्षिण भारत, किस तरह से आपको समर्थन मिल रहा है वहाँ के किसानों से? ਬਹੁਤ ਜ਼ਿਆਦਾ, ਰੋਜ਼ ਹਰ ਰੋਜ਼ ਸਾਡੀ ਸਟੇਜ ਤੋਂ ਆ ਕੇ ਬੋਲ ਕੇ ਜਾਂਦੇ ਆ। हाँ ਇਹ ਪੰਜਾਬ ਹਰਿਆਣਾ ਤੋਂ ਹੈ ਹੀ ਹੈ, हाँ ਇਹ ਤਾਂ ਸ਼ੁਰੂਆਤ ਕੀਤੀ, ਪਹਿਲਾਂ ਪੰਜਾਬ ਨੇ ਕੀਤੀ, ਹਰਿਆਣਾ ਆ ਗਿਆ। हाँ ਹਰਿਆਣੇ ਦੇ ਵਿੱਚ ਖੱਟੜ ਸਰਕਾਰ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਵੀ हाँ ਫੇਰ ਵੀ ਉੱਥੇ ਬਹੁਤ ਸ਼ਾਂਤਮਈ ਢੰਗ ਨਾਲ ਅੰਦੋਲਨ ਚੱਲ ਰਿਹਾ। ਹਾਂ। ਤਾਂ ਉਹਨੇ ਮੈਂ ਦੱਸ ਕੇ ਹਟਿਆ ਵੀ ਉਹ ਵੇਖੋ ਉਹਨਾਂ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ। ਇਸੇ ਤਰ੍ਹਾਂ ਭਾਜਪਾ ਦੀ ਸਰਕਾਰ ਯੂਪੀ ਦੇ ਵਿੱਚ ਵੀ ਆ हाँ ਤੇ ਯੂਪੀ ਦੇ ਲੋਕ ਵੀ ਗਾਜੀਪੁਰ ਬਾਰਡਰ ਦੇ ਉੱਤੇ ਆ ਕੇ ਬੈਠੇ, ਬਹੁਤ ਵੱਡੇ ਪੱਧਰ ਤੇ ਲੋਕ ਬੈਠੇ ਆ। हाँ ਟਿਕਰੀ ਤੇ ਬੈਠੇ ਆ, ਪਲਵਲ ਤੇ ਲੋਕ ਬੈਠੇ ਆ, ਸਾਂਝਾਪੁਰ ਬੈਠੇ ਆ, ਸਿੰਘੂ ਬੈਠੇ ਆ। हाँ ਬਹੁਤ ਵੱਡੇ ਪੱਧਰ ਤੇ ਜਿਹੜਾ ਇਹ ਐਂ ਕਹਿ ਲਈਏ ਵੀ ਦੱਖਣ ਭਾਰਤ ਦੇ ਵਿੱਚ ਵੀ ਹੁਣ ਜਿਹੜਾ ਅੰਦੋਲਨ ਇਹ ਫੈਲਿਆ। ਮਹਾਰਾਸ਼ਟਰ ਤੋਂ, ਆਂਧਰਾ ਤੋਂ, ਕਰਨਾਟਕਾ ਤੋਂ ਲੋਕ ਇਸ ਅੰਦੋਲਨ ਦੇ ਵਿੱਚ ਆ ਰਹੇ ਆ ਤੇ ਇੱਥੇ ਬੋਲ ਕੇ ਜਾਂਦੇ ਆ। ਦਿੱਲੀ ਦੇ ਬੁੱਧੀਜੀਵੀ ਲੋਕ ਆ, ਵਕੀਲ ਆ, ਜਿਹੜੇ ਇੱਥੋਂ ਦੇ ਜਿਹੜੇ ਰੈਜ਼ੀਡੈਂਸੀ ਲੋਕ ਆ, ਉਹ ਆ ਕੇ ਹਰ ਰੋਜ਼ ਬੋਲ ਕੇ ਜਾਂਦੇ। ਉਹ ਕਹਿੰਦੇ ਸਾਡਾ ਸਮਰਥਨ ਇਹ ਤੁਹਾਡੇ ਅੰਦੋਲਨ ਦੇ ਨਾਲ ਆ। ਆਸ-ਪਾਸ ਦੁਕਾਨਾਂ, ਪੰਪ ਵਾਲੇ ਲੋਕ ਆ, ਬੇਸ਼ੱਕ 2 ਮਹੀਨੇ ਤੋਂ ਉਹਨਾਂ ਦੇ ਪੰਪ ਬੰਦ ਆ, ਪਰ ਫੇਰ ਵੀ ਅੰਦੋਲਨ ਦੇ ਉਹ ਨਾਲ ਆ। ਆ ਦੁਕਾਨਦਾਰ ਜਿਹੜੇ ਲੋਕ ਇਹਨਾਂ ਨੂੰ ਪੁੱਛ ਕੇ ਵੇਖ ਲਓ, ਆਂਦੇ ਅਸੀਂ ਬਿਲਕੁਲ ਸਾਡੀ ਉਦੋਂ ਦੀ ਸੇਲ ਵੱਧ ਗਈ ਆ। ਜਿਹੜੇ ਆਮ ਲੋਕ ਆ ਇੱਥੇ ਬੈਠੇ, ਜਿਹੜੇ ਗਰੀਬ ਗੁਰਬੇ ਸੀ, ਉਹ ਆਂਦੇ ਵੀ ਅੰਦੋਲਨ ਇਹ ਖਤਮ ਨਾ ਹੋਵੇ ਕਿਉਂਕਿ ਸਾਨੂੰ ਰੋਟੀ ਪਾਣੀ, ਲੰਗਰ ਪ੍ਰਸ਼ਾਦਾ ਬਹੁਤ ਵਧੀਆ ਮਿਲ ਰਿਹਾ। ਇਹਦਾ ਮਤਲਬ ਲੋਕਾਂ ਦਾ ਸਮਰਥਨ ਵੀ ਜਿਹੜਾ ਇਹਦੇ ਵਿੱਚ ਪੂਰਾ ਵਾ। ਤੇ ਅਸੀਂ ਸਾਡੀ ਵੀ ਇਹ ਵੀ ਇਹ ਅੰਦੋਲਨ ਭਾਰਤ ਦੇ ਕੋਨੇ-ਕੋਨੇ ਤੱਕ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਹ ਅੰਦੋਲਨ ਫੈਲ ਜੇ ਤਾਂ ਕਿ ਲੋਕ ਸਰਕਾਰ ਦੇ ਉੱਤੇ ਦਬਾਅ ਪਵੇ ਤੇ ਸਰਕਾਰ ये 3 काले कानून वापस करे। अच्छा, जो आम आदमी है जो बहुत ज़्यादा आर्थिक तौर पे समृद्ध नहीं है, वो यहाँ पे जो आपको यहाँ रुक के समर्थन कर रहा है, उसकी व्यवस्था हम यहाँ देख रहे हैं हर तरीके से है, दवा पानी की है, खाना की है, रुकने की है। लेकिन अगर वो लोग लगातार यहाँ रहेंगे तो उनको काफ़ी नुकसान उठाना पड़ेगा क्योंकि वो सारा काम छोड़ के यहाँ बैठे हैं। तो उसकी भरपाई कैसे होगी? ਉਹ ਵੇਖੋ ਜੀ ਇਦਾਂ ਵਾ ਵੀ ਇਹ ਜਿਹੜਾ ਹੈਗਾ ਜਦੋਂ ਵੱਡੇ ਮਸਲੇ ਹੋਣ, ਵੱਡੇ ਮੁੱਦੇ ਹੋਣ, ਨੁਕਸਾਨ ਤੇ ਠਾਉਣੇ ਹੀ ਪੈਂਦੇ ਹੁੰਦੇ ਆ। ਵੱਡਾ ਮੁੱਦਾ, ਵੱਡਾ ਮਸਲਾ ਵਾ। ਹੁਣ ਜਿਹੜੇ ਲੋਕ ਸਾਡੇ ਤੋਂ 2-2 ਕਿੱਲੇ ਵਾਲੇ, 2.5 ਕਿੱਲੇ ਵਾਲੇ, 1.5 ਕਿੱਲੇ ਵਾਲੇ ਲੋਕ ਇੱਥੇ ਬੈਠੇ ਆ, 50 ਕਿੱਲੇ ਵਾਲਾ, 100 ਕਿੱਲੇ ਵਾਲਾ ਵੀ ਕਿਸਾਨ ਬੈਠਾ, ਕੱਲ ਨੂੰ ਉਹਦੀ ਜ਼ਮੀਨ ਹੀ ਛੀਨ ਲਈ, ਜ਼ਮੀਨ ਚਲੇਗੀ। ਇਹ ਤੋਂ ਵੱਡਾ ਕਿਹੜਾ ਨੁਕਸਾਨ ਆ? ਤੇ ਅਗਲਾ ਉਹ ਛੋਟੇ ਨੁਕਸਾਨ ਨੂੰ ਝੱਲਣ ਦੇ ਬਿਲਕੁਲ ਤਿਆਰ ਬੈਠਾ ਹੁੰਦਾ ਵੀ ਕੋਈ ਗੱਲ ਨਹੀਂ, ਮੇਰੀਆਂ ਇੱਥੇ ਲੋੜਾਂ ਪੂਰੀਆਂ ਹੁੰਦੀਆਂ, ਖਾਣ ਪੀਣ ਦੀਆਂ ਪੂਰੀਆਂ ਹੁੰਦੀਆਂ, ਇਸੇ ਤਰ੍ਹਾਂ ਮੇਰਾ ਕੱਪੜੇ ਦਾ ਦੂਸਰਾ ਤੀਸਰਾ ਇਹ ਪ੍ਰਬੰਧ ਪੂਰਾ ਹੁੰਦਿਆ, ਮੈਨੂੰ ਕੋਈ ਨਹੀਂ। ਉਹ ਪਰਿਵਾਰ ਦੇ 1-2 ਜੀ ਇੱਥੇ ਆ ਕੇ ਬੈਠੇ ਆ। ਘਰ ਭਰਤੀ ਪੰਜਾਬ ਤੋਂ, ਬਾਕੀ ਹਿੰਦੁਸਤਾਨ ਤੋਂ ਵੀ ਲੋਕ ਵੱਡੇ ਪੱਧਰ ਤੇ ਆ ਰਿਹਾ ਤੇ ਲੋਕ ਸਮਝਦੇ ਆ
ਵੀ ਜੇ ਅਸੀਂ ਇੱਥੋਂ ਉਖੜ ਗਏ ਜਾਂ ਇੱਥੋਂ ਕਿਸੇ ਪਾਸੇ ਚਲੇ ਗਏ ਤੇ ਫਿਰ ਇਹੋ ਜਿਹਾ ਮੌਕਾ ਜਿਹੜਾ ਕਦੀ ਵੀ ਨਹੀਂ ਮਿਲਣਾ। ਵਰ੍ਹਿਆਂ ਪਿੱਛੋਂ ਜਿਹੜਾ ਅੰਦੋਲਨ ਇਹੋ ਜਿਹਾ ਬਣਦਾ ਤੇ ਇਹ ਅੰਦੋਲਨ ਨੂੰ ਸਿਰੇ ਲਾ ਕੇ ਹੀ ਜਾਵਾਂਗੇ। ਲੋਕਾਂ ਦੀ ਜਿਹੜੀ ਮਨੋਬਿਰਤੀ ਆ ਉਹ ਇਸ ਰੂਪ ਦੇ ਵਿੱਚ ਬਣ ਚੁੱਕੀ ਹੈ। सरकार अपने हर भाषण में देश के युवा वर्ग की बात करती, क्योंकि इस समय देश में सबसे ज़्यादा आबादी युवाओं की है और इस आंदोलन को भी सफल बनाने में युवाओं का योगदान होने वाला है। तो युवाओं का साथ आपको कैसा मिल रहा है और आपकी उनसे क्या उम्मीद है, क्या अपील है? ਹਾਂ ਯੁਵਾ ਜਿਹੜੇ ਬਹੁਤ ਵੱਡੇ ਪੱਧਰ ਤੇ ਆਉਂਦੇ ਆ, ਕਿਉਂਕਿ ਉਹਦਾ ਦੂਸਰਾ ਕਾਰਨ ਇਹ ਆ ਵੀ ਜਿੰਨੀ ਇੱਥੇ ਭੁੱਖਮਰੀ ਆ, ਜਿੰਨੀ ਬੇਰੁਜ਼ਗਾਰੀ ਆ, ਯੁਵਾ ਪੜ੍ਹ ਕੇ ਬਹੁਤ ਵੱਡੀ ਡਿਗਰੀ ਲੈ ਕੇ ਐਮਈ PhD ਇੰਜੀਨੀਅਰ ਇੱਥੇ ਤੁਰੇ ਫਿਰਦੇ ਸਾਡੇ ਇੱਥੇ ਆ ਕੇ ਬੋਲ ਕੇ ਜਾਂਦੇ ਅੰਦੋਲਨ ਦੇ ਵਿੱਚ। ਇਸ ਕਰਕੇ ਜੇਕਰ ਉਹਨਾਂ ਨੂੰ ਜੇ ਐਡੀਆਂ ਡਿਗਰੀਆਂ ਕੀਤੀਆਂ, ਉਹਨਾਂ ਨੂੰ ਨੌਕਰੀਆਂ ਦਿੱਤੀਆਂ ਹੁੰਦੀਆਂ ਸਰਕਾਰ ਨੇ, ਉਹਨਾਂ ਦਾ ਕੋਈ ਪ੍ਰਬੰਧ ਕੀਤਾ ਹੁੰਦਾ, ਉਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਹੁੰਦਾ, ਤੇ ਫਿਰ ਇਹ ਅੰਦੋਲਨ ਦੇ ਵਿੱਚ ਉਹ ਨਾ ਆਉਂਦੇ। ਅਸਲ ਦੇ ਜਿਹੜੀ ਭੁੱਖਮਰੀ ਇੱਥੇ ਪਈ ਆ, ਧਰਮਵਾਦ, ਜਾਤੀਵਾਦ, ਉਹਦੇ ਨਾਂ ਤੇ ਹਿੰਦੁਸਤਾਨ ਦੇ ਲੋਕਾਂ ਨੂੰ ਜਿਹੜਾ ਵੰਡਿਆ ਜਾ ਰਿਹਾ ਤੇ ਲੋਕਾਂ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਗੁੱਸਾ ਹੈ। ਜਿਸ ਤਰ੍ਹਾਂ ਘੱਟ ਗਿਣਤੀਆਂ ਦੇ ਉੱਤੇ ਬਹੁਤ ਵੱਡੇ ਹਮਲੇ ਕੀਤੇ ਜਾਂਦੇ ਆ, ਲੋਕਾਂ ਦੇ ਅੰਦਰ ਗੁੱਸਾ ਹੈ ਤੇ ਲੋਕਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਗੱਲਬਾਤ ਕਰਨ ਦਾ। ਇਹ ਪਲੇਟਫਾਰਮ ਮਿਲ ਗਿਆ ਤੇ ਯੁਵਾ ਵੀ ਆ ਰਿਹਾ, ਮੁਲਾਜ਼ਮ ਵੀ ਆ ਰਹੇ ਆ, ਸਾਰੇ ਤਰ੍ਹਾਂ ਦੇ ਲੋਕ ਜਿਹੜੇ ਪੀੜਤ ਲੋਕ ਹੀ ਉਹਨਾਂ ਨੇ ਕੇਂਦਰ ਬਣਾ ਲਿਆ ਦਿੱਲੀ ਨੂੰ ਵੀ ਠੀਕ ਹੈ ਉੱਥੇ ਜਾ ਕੇ ਗੱਲ ਸੁਣਾਈ ਹੋ ਜਾਂਦੀ ਆ, ਉੱਥੇ ਜਾ ਕੇ ਆਪਣੀ ਗੱਲ ਰੱਖੀਏ। ਇਸ ਕਰਕੇ ਯੁਵਾ ਜਿਹੜੇ ਸਾਡੇ ਇੱਥੇ ਬੈਠੇ ਨੌਜਵਾਨ ਬੈਠੇ ਆ, ਉਹਨਾਂ ਦਾ ਜਿਹੜਾ ਬੇਰੁਜ਼ਗਾਰੀ ਦਾ ਬਹੁਤ ਵੱਡਾ ਕਾਰਨ ਹੈ ਵੀ ਇੱਥੇ ਆ ਕੇ ਆਪਣੀ ਗੱਲ ਪੁੱਟ ਕਰਦੇ। ਉਹ ਵੀ ਆ ਗਿਆ ਤੇ ਬਿਲਕੁਲ ਉਹ ਇਹ ਕਹਿ ਰਿਹਾ ਵੀ ਜੋ ਸਾਡੇ ਬਾਬੇ ਕਰਨਗੇ, ਜੋ ਸਾਡੇ ਗ੍ਰੈਂਡਫਾਦਰ ਆ ਜੇ ਉਹ ਕਰਨਗੇ, ਜੋ ਬੋਲਣਗੇ ਕਿਸਾਨ ਆਗੂ ਜੋ ਕਹਿਣਗੇ ਅਸੀਂ ਉਹ ਕਰਾਂਗੇ। ਇਹਨਾਂ ਦੀ ਜੋ ਵੀ ਸਾਨੂੰ ਡਾਇਰੈਕਸ਼ਨ ਹੋਊ ਉਹ ਡਾਇਰੈਕਸ਼ਨ ਦੇ ਅੰਦਰ ਹੀ ਅਸੀਂ ਜਿਹੜਾ ਆਪਣਾ ਕੰਮ ਕਰਾਂਗੇ, ਅੰਦਰ ही ਜਿਹੜਾ ਅੰਦੋਲਨ ਕਰਾਂਗੇ ਤੇ ਅੰਦੋਲਨ ਬਿਲकुल अजय तक पीसफुल है। अच्छा, मुख्य धारा का जो मीडिया है, मेन स्ट्रीम मीडिया, उसमें ये भी बातें चल रही हैं, कहा जा रहा है कि ये जो मंच है आपका किसान आंदोलन का, इसमें खेती किसानी की बात कम, बिल की बात कम, राजनीति ज़्यादा हो रही है। आप क्या कहेंगे? नहीं कोई राजनीति नहीं हो रही। दसो कोई राजनीति वाली कोई गल नहीं, सारी दिहाड़ी ते बिल्लां दी गल चलदी है। ਜਿਹੜਾ ਵੀ ਸਟੇਜ ਤੋਂ ਬੋਲ ਕੇ ਜਾਂਦਾ, ਭਾਵੇਂ ਉਹ ਟੀਚਰ ਆ, ਭਾਵੇਂ ਬੈਂਕ ਮੁਲਾਜ਼ਮ ਆ, ਵਕੀਲ ਆ, ਇੱਥੇ ਰਿਟਾਇਰ ਜੱਜ ਆ ਗਏ ਆ, IAS ਅਫਸਰ ਆਏ ਆ ਸਾਡੇ ਕੋਲ, ਇੱਥੇ ਸਾਡੇ ਕੋਲ ਕਰਨਲ CO ਮਤਲਬ ਹੋ ਕੇ ਜਾਂਦੇ, ਜਿਹੜੇ ਰਿਟਾਇਰਡ ਆ ਮੌਜੂਦਾ ਵੀ ਆਏ ਆ। ਉਹ ਮਤਲਬ ਗੱਲ ਬਿੱਲਾਂ ਦੀ ਕਰ ਰਹੇ ਆ, ਮਤਲਬ ਕੋਈ ਰਾਜਨੀਤੀ ਨਹੀਂ, ਨਾ ਕੋਈ ਅਸੀਂ MLA ਬਣਨਾ, ਨਾ ਕੋਈ ਅਸੀਂ MP ਬਣਨਾ, ਨਾ ਕੋਈ ਸਾਡਾ ਇਹੋ ਜਿਹੇ ਵੀ ਇਹਦੇ ਵਿੱਚੋਂ ਪਾਰਟੀ ਕੱਢਣੀ ਆ। ਬਿਲਕੁਲ ਸਾਡਾ ਇਹੋ ਜਿਹਾ ਨਹੀਂ ਹੈਗਾ। ਇਹ ਬਿਲਕੁਲ ਜਿਹੜਾ ਅੰਦੋਲਨ ਲੋਕਾਂ ਦਾ ਅੰਦੋਲਨ ਆ, ਜਨ ਅੰਦੋਲਨ ਆ ਤੇ ਕਾਲੇ ਕਾਨੂੰਨਾਂ ਦੇ ਖਿਲਾਫ ਆ। ਉਹ ਜੋ ਸਰਕਾਰ ਕਿਉਂਕਿ ਦਾ IT ਸੈੱਲ RSS ਆ, ਕੋਈ ਦੂਸਰੇ ਤੀਸਰੇ ਆ ਜਿਹੜੇ ਬਦਨਾਮ ਕਰਨ ਦਾ ਬਹੁਤ ਵੱਡਾ ਯਤਨ ਕਰ ਰਿਹਾ। ਪਰ ਇਹ ਅੰਦੋਲਨ ਅਰਥ ਇਹ ਕਿਉਂ ਲੰਬਾ ਹੋ ਰਿਹਾ ਕਿ ਉਹ ਬਦਨਾਮ ਨਹੀਂ ਹੋ ਰਿਹਾ, ਕਿ ਇਹ ਲੋਕਾਂ ਦੀ ਰਾਏ ਸ਼ੁਮਾਰੀ ਹੈ ਤੇ ਲੋਕਾਂ ਦੀ ਰਾਏ ਆ, ਇਸ ਕਰਕੇ ਅੰਦੋਲਨ ਇਹ चल रहा है। आखिरी में हम यही चाहेंगे कि आप हमारे चैनल से लोगों से अपील करें या सरकार से, लोगों से जिससे आप अपील करना चाहते हैं, आप कुछ संदेश देना चाहते हैं, आप बोलें। ਅਸੀਂ ਤੋਂ ਸੰਦੇਸ਼ ਲੋਕਾਂ ਨੂੰ ਇਹੋ ਦੇਣਾ ਚਾਹੁੰਦੇ ਆ ਵੀ 26 ਤਰੀਕ ਦਾ ਜਿਹੜਾ ਐਕਸ਼ਨ ਆ ਉਹ ਰੱਖਿਆ, ਉਸ ਐਕਸ਼ਨ ਪਲਾਨ ਨੂੰ ਜਿਹੜਾ ਵਾ ਸਿਰੇ ਲਾਇਆ ਜਾਵੇ। ਉਸ ਤੋਂ ਪਹਿਲਾਂ ਜਿਹੜਾ ਲੋਹੜੀ ਦੇ ਤਿਉਹਾਰ ਆ, ਰਾਤ ਨੂੰ ਦਿਨ ਵੇਲੇ ਲੋਹੜੀ ਮਨਾਈ ਜਾਂਦੀ ਆ ਤੇ ਰਾਤ ਨੂੰ ਜਿਹੜਾ ਜਦੋਂ ਆਪਾਂ ਭੁੱਗਾ ਬਾਲਦੇ ਆ, ਪੰਜਾਬ ਦੇ ਵਿੱਚ ਉਹਨੂੰ ਭੁੱਗਾ ਕਹਿੰਦੇ ਆ, ਮਤਲਬ ਬਾਲਣ ਇਕੱਠਾ ਕਰਕੇ ਤੇ ਉਹਦਾ ਜਿਹੜਾ ਉਹਨੂੰ ਜਲਾ ਕੇ ਤੇ ਉਹਨੂੰ ਭੁੱਗਾ ਪੰਜਾਬ ਦੇ ਵਿੱਚ ਬੋਲਦੇ ਆ। ਉਹਦਾ ਜਿਹੜਾ ਵਾ ਉਹਦੇ ਵਿੱਚ ਬਿੱਲ ਦੀਆਂ ਕਾਪੀਆਂ ਜਿਹੜੀਆਂ ਇਹ ਸਾੜੀਆਂ ਜਾਣ। ਅਗਲੇ ਦਿਨ ਜਿਹੜਾ ਦਿਹਾੜਾ ਹੈਗਾ ਮਾਘੀ ਦਾ ਦਿਹਾੜਾ, ਉਹ ਪੰਜਾਬ ਦੇ ਨਾਲ ਬਹੁਤ ਜੁੜਿਆ। ਬਾਕੀ ਹਿੰਦੁਸਤਾਨ में उसको मकर संक्रांति बोलते, ਉਹ ਵੀ ਆਪਣੇ ਆਪਣੇ ਰਸਤੇ ਲੋਕ ਇਹ ਮਨਾਉਣ ਵੱਡੇ ਪੱਧਰ ਤੇ। 18 ਤਰੀਕ ਨੂੰ ਮਹਿਲਾ ਦਿਵਸ ਆ, ਉਹ ਵੀ ਜਿਹੜਾ ਵਾ ਮਨਾਇਆ ਜਾਵੇ ਬਲਾਕ ਪੱਧਰ ਤੇ, ਤਹਿਸੀਲ ਪੱਧਰ ਤੇ ਮਹਿਲਾਵਾਂ ਇਕੱਠੀਆਂ ਕਰਕੇ ਇੱਥੇ ਵੀ ਮਨਾਇਆ ਜਾਊਗਾ। ਉਹ ਦਿਨ ਸਟੇਜ ਦੇ ਉੱਤੇ ਜਿਹੜੀ ਪ੍ਰਧਾਨਗੀ ਆ ਉਹ ਮਹਿਲਾਵਾਂ ਦੀ ਕੀਤੀ ਜਾਊਗੀ ਤੇ ਵੱਡੇ ਪੱਧਰ ਤੇ ਮਹਿਲਾਵਾਂ ਜਿਹੜੀਆਂ ਪੰਡਾਲ ਦੇ ਵਿੱਚ ਇੱਥੇ ਵੀ ਬਹਿਣਗੀਆਂ ਸਾਰੇ ਬਾਰਡਰਾਂ ਦੇ ਉੱਤੇ। ਤੇ ਜਿਹੜਾ 20 ਤਰੀਕ ਦਾ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਉਹ ਇੱਥੇ ਵੀ ਮਨਾਇਆ ਜਾਊ ਤੇ ਬਾਕੀ ਸਾਰੇ ਦੇਸ਼ ਦੇ ਵਿੱਚ ਆ ਫੈਸਲਾ ਹੋ ਗਿਆ ਉਹ ਮਨਾਇਆ ਜਾਊਗਾ। ਤੇ 26 ਤਰੀਕ ਨੂੰ ਜਿਹੜਾ ਵਾ ਉਹ ਅਸੀਂ ਕਹਿੰਦੇ ਵੀ ਯੁਵਾ ਜਿਹੜੇ ਆ ਇਹ ਸਾਰੇ ਲਾਗੇ ਜਿੰਨੀਆਂ ਸਟੇਟਾਂ ਵਾ ਆਪਣੇ ਜਿਹੜੇ ਟਰੈਕਟਰ ਲੈ ਕੇ ਮਤਲਬ 22 ਤਰੀਕ ਤੋਂ ਚੱਲਣ, 23 24 25 ਤੱਕ ਇੱਥੇ ਰਾਤ ਤੱਕ ਇੱਥੇ ਪਹੁੰਚ ਜਾਣਾ। ਆਪਣੇ ਬਹੁਤ ਵੱਡੇ ਪੱਧਰ ਤੇ ਦਿੱਲੀ ਦੇ ਵਿੱਚ ਇੱਥੇ ਜਿੱਥੇ ਵੀ ਬਾਰਡਰਾਂ ਦੇ ਉੱਤੇ ਪਹੁੰਚ ਸਕਦੇ ਉੱਥੇ ਪਹੁੰਚਣਾ ਤੇ ਆਪਣਾ ਜਿਹੜਾ ਅਗਲਾ ਐਕਸ਼ਨ ਹੈ, ਅਗਲਾ ਮਾਰਚ ਆ, ਉਹਦੀ ਜਿਹੜੀ ਮਤਲਬ ਤਿਆਰੀ ਕੀਤੀ ਜਾਵੇ ਤੇ ਉਹ ਮਾਰਚ ਸਫਲ ਕੀਤਾ ਜਾਵੇ। ਅੰਦੋਲਨ ਉਸ ਤੋਂ ਬਾਅਦ ਵੀ ਚੱਲੂਗਾ, ਉਹ ਮਾਰਚ ਕਰਕੇ ਉਦੋਂ ਬਾਅਦ ਵੀ ਚੱਲੂਗਾ। ਬੜੇ ਮਸਲੇ ਤੇ ਮੁੱਦੇ ਹੋਰ ਵੀ ਆ
ਕਾਨੂੰਨ ਰੱਦ ਵੀ ਹੋ ਜਾਂਦੇ ਆ। ਬਹੁਤ ਵੱਡੇ ਮਸਲੇ ਤੇ ਮੁੱਦੇ ਆ ਜਿਹੜੇ ਬਾਕੀ ਹੱਲ ਕਰਾਉਣ ਵਾਲੇ ਆ ਤੇ ਉਹ ਕਰਾ ਕੇ ਹੀ ਉੱਠਿਆ ਜਾਊਗਾ। चलिए, आपका बहुत बहुत धन्यवाद, आपने हमसे बात की। आप लोगों ने सुविंदर सिंह चौटाला जी को सुना। अपनी प्रतिक्रियाएं कमेंट बॉक्स में दें, वीडियो को लाइक करें, शेयर करें और हमारे चैनल को सब्सक्राइब। वीडियो देखने के लिए बहुत बहुत धन्यवाद। नमस्कार सर, आपका बहुत बहुत धन्यवाद। ਧੰਨਵਾद।